ਸਤਿ ਸ਼੍ਰੀ ਅਕਾਲ ਜੀ। ਵਿਰਾਸਤ ਟੀਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਕਰਦੇ ਹਾਂ ਜੀ। ਫਿਰ ਤੋਂ ਹਾਜ਼ਰ ਹੋਏ ਹਾਂ ਜੀ ਇੱਕ ਵਾਰ ਲੈ ਕੇ ਪ੍ਰੋਗਰਾਮ ਦ੍ਰਿਸ਼ਟੀਕੋਣ ਦੇ ਵਿੱਚ ਆਪਾਂ ਚਰਚਾ ਕਰਾਂਗੇ ਜੀ ਬੀਤੇ 24 ਘੰਟਿਆਂ ਦੇ ਵਿੱਚ ਜੋ ਹਾਲਾਤ ਬਣੇ, ਜੋ ਖਬਰਾਂ ਆਈਆਂ ਉਹਨਾਂ ਦੇ ਉੱਪਰ। ਪਰ ਉਸ ਤੋਂ ਪਹਿਲਾਂ ਜਸਵਿੰਦਰ ਯਾਦ ਜੀ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਜਸਵਿੰਦਰ ਜੀ ਸਵਾਗਤ ਜੀ। ਬਿਲਕੁਲ ਜੀ, ਸਵਾਗਤ ਤੋਂ ਬਾਅਦ ਤੁਸੀਂ ਅਕਸਰ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹੁੰਦੇ ਆ, ਪਰ ਮੈਂ ਮਾफ़ੀ ਚਾਹੁੰਦਾ, ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਅਤੇ ਉਸ ਤੋਂ ਬਾਅਦ ਆਪਾਂ ਖਬਰਾਂ ਵੱਲ ਚੱਲਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਅਕਸਰ ਪ੍ਰੋਗਰਾਮ ਵਿੱਚ ਕਹਿਣਾ ਹੁੰਦਾ ਕਿ ਜੇਕਰ ਤੁਹਾਡੀ ਆਲੋਚਨਾ ਹੁੰਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਸੁਣਿਆ ਜਾ ਰਿਹਾ ਹੈ। ਜੇਕਰ ਤੁਹਾਡੀ ਆਲੋਚਨਾ ਤੋਂ ਬਾਅਦ ਸਵਾਲ ਉੱਠਦੇ ਨੇ, ਇਹਦਾ ਮਤਲਬ ਇਹ ਹੈ ਕਿ ਤੁਹਾਡੇ ਵਿਕਾਸ ਦੀ ਗੱਲ ਹੋ ਰਹੀ ਹੈ। ਸਾਡੇ ਦਰਸ਼ਕ ਸਾਨੂੰ ਸੁਣਦੇ ਨੇ, ਸਾਡੇ ਸਰੋਤੇ ਸਾਨੂੰ ਰੇਡੀਓ 'ਤੇ ਸੁਣਦੇ ਨੇ, ਨਾਲ ਦੀ ਨਾਲ ਉਹ ਆਪਣੇ ਸੁਝਾਅ ਭੇਜਦੇ ਨੇ ਅਤੇ ਜਿੱਥੇ ਜਿੱਥੇ ਸਾਡੇ ਚੇਤਿਆਂ 'ਚੋਂ ਕੁਝ ਵਿਸਰ ਜਾਂਦਾ ਹੈ ਉਸ ਨੂੰ ਉਹ ਯਾਦ ਕਰਾ ਦਿੰਦੇ ਨੇ। ਇਹ ਇੱਕ ਚੰਗੀ ਗੱਲ ਹੈ। ਸਾਡੇ ਇੱਕ ਸਰੋਤੇ ਦਾ, ਸਾਡੇ ਚਾਹੁਣ ਵਾਲਿਆਂ ਦਾ ਕੱਲ੍ਹ ਸਾਡੇ ਕਹਿ ਲਈਏ ਦਫ਼ਤਰ ਦੇ ਵਿੱਚ, ਆਫਿਸ ਦੇ ਵਿੱਚ, ਸਾਡੇ ਸਟੂਡੀਓ ਦੇ ਵਿੱਚ ਇੱਕ ਫੋਨ ਆਇਆ ਜਿਹਦੇ ਵਿੱਚ ਉਹਨਾਂ ਨੇ ਕੁਝ ਵੇਟ ਦੇ ਅੰਕੜੇ ਗਲਤ ਬੋਲੇ ਗਏ ਸੀ। ਉਹਨਾਂ ਨੂੰ ਦਰੁਸਤ ਕੀਤਾ ਅਤੇ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ। ਅਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਸਾਨੂੰ ਕਿੰਨਾ ਨੀਝ ਲਾ ਕੇ ਦੇਖਿਆ ਜਾਂਦਾ ਹੈ, ਕਿੰਨਾ ਸੁਰਤੀ ਲਾ ਕੇ ਸੁਣਿਆ ਜਾਂਦਾ ਹੈ ਜੀ। ਇੱਕ ਹੌਸਲਾ ਹੋਇਆ ਕਿ ਸਾਨੂੰ ਸੁਣਨ ਵਾਲੇ, ਸਾਨੂੰ ਚਾਹੁਣ ਵਾਲੇ ਸਾਨੂੰ ਸਮੇਂ-ਸਮੇਂ ਉੱਤੇ ਕਿਸ ਤਰੀਕੇ ਨਾਲ ਤੁਰਨਾ ਹੈ, ਕਿਵੇਂ ਪੈਰ ਸਾਂਭ ਕੇ ਤੁਰਨਾ ਹੈ, ਉਹ ਦੱਸਦੇ ਰਹਿੰਦੇ ਨੇ। ਅਸੀਂ ਇੱਕ ਵਾਰੀ ਫੇਰ ਉਸ ਦਰਸ਼ਕ ਦਾ, ਉਸ ਪਿਆਰੇ ਦਾ ਧੰਨਵਾਦ ਕਰਦੇ ਹਾਂ ਅਤੇ ਗਲਤੀ ਨੂੰ ਦਰੁਸਤ ਕਰਦੇ ਹਾਂ ਅਤੇ ਦਰੁਸਤ ਕਰਨ ਤੋਂ ਬਾਅਦ ਅੱਗੇ ਚੱਲਦੇ ਹਾਂ। ਵੇਟ ਦੀ ਮੇਜ਼ਰਮੈਂਟ ਉੱਤੇ ਕੁਝ ਗਲਤੀਆਂ ਸਾਡੇ ਤੋਂ ਹੋਈਆਂ। ਮੈਂ ਕਿਹਾ ਕਿ ਚੇਤਿਆਂ 'ਚ ਵਿਸਰ ਗਿਆ ਜਾਂ ਬੋਲਣ ਵਿੱਚ ਇੱਕ ਅੱਧੀ ਜ਼ੀਰੋ ਇੱਧਰ ਉੱਧਰ ਹੋ ਜੇ ਤਾਂ ਕਈ ਵਾਰੀ ਬੰਦੇ ਨੂੰ ਜ਼ੀਰੋ ਕਰ ਦਿੰਦੀ ਹੈ। ਤਾਂ ਬਿਲਕੁਲ ਜ਼ੀਰੋ ਦਾ ਇੱਕ ਭੁਲੇਖਾ ਪਿਆ ਤਾਂ ਉਹਦੇ ਨਾਲ ਅੰਕੜਾ ਥੋੜ੍ਹਾ ਜਿਹਾ ਬਦਲ ਗਿਆ। ਗੱਲ ਕਰਦੇ ਹਾਂ ਵੇਟ ਦੀ। ਕਹਿੰਦੇ ਪੁਰਾਣੇ ਸਮੇਂ ਦੀ ਗੱਲ ਹੈ, ਜੇਕਰ 8 ਚੌਲਾਂ ਦੇ ਦਾਣੇ ਰੱਖ ਲੈਂਦੇ ਸੀ ਤਾਂ ਇੱਕ ਰੱਤੀ ਬਣ ਜਾਂਦੀ ਸੀ ਜੀ। ਅਤੇ ਜੇਕਰ ਕਹਿੰਦੇ 8 ਰੱਤੀਆਂ ਰੱਖ ਲੈਂਦੇ ਸੀ ਤਾਂ ਮਾਸਾ ਬਣ ਜਾਂਦਾ ਸੀ। ਜੇਕਰ ਕਹਿੰਦੇ 12 ਮਾਸੇ ਰੱਖ ਲੈਂਦੇ ਸੀ ਤਾਂ ਇੱਕ ਤੋਲਾ ਬਣ ਜਾਂਦਾ ਸੀ। ਤੋਲਿਆਂ ਦੇ ਵਿੱਚ ਸੋਨਾ ਆਉਂਦਾ ਹੈ ਤਾਂ ਅਸੀਂ ਤਾਂ ਕਰਕੇ ਇੱਥੋਂ ਗੱਲ ਸ਼ੁਰੂ ਕੀਤੀ ਹੈ। ਅਤੇ 5 ਤੋਲਿਆਂ ਦੀ ਛਟਾਂਕ ਬਣਦੀ ਹੈ ਬਈ ਜੀ। ਪੁਰਾਣੇ ਸਮੇਂ ਵਿੱਚ 4 ਜਿਹੜੀਆਂ ਛਟਾਂਕਾਂ ਹੁੰਦੀਆਂ ਸੀਗੀਆਂ ਉਹਦਾ ਪਾਈਆ ਮੰਨਦੇ ਸੀ, ਪਰ ਅੱਜ ਦੇ ਵੇਟ ਅਨੁਸਾਰ ਜੇਕਰ ਚੱਲ ਗਏ ਅਸੀਂ ਤਾਂ 5 ਜਿਹੜੀਆਂ ਛਟਾਂਕਾਂ ਹੈ ਉਹਦਾ ਪਾਈਆ ਬਣਦਾ ਹੈ ਜੀ। ਇਸ ਤੋਂ ਅੱਗੇ ਜੇਕਰ ਅਸੀਂ ਗੱਲ ਕਰੀਏ ਤਾਂ 40 ਕਿਲੋ ਦਾ ਸਾਡੀ ਪੰਜਾਬੀ ਦੇ ਵਿੱਚ ਮਣ ਹੁੰਦਾ ਜੀ। 100 ਕਿਲੋ ਹੋ ਜੇ ਤਾਂ ਕੁਆਂਟਲ ਹੁੰਦਾ ਹੈ। ਹੁਣ ਗਲਤੀ ਸਾਡੇ ਤੋਂ ਹੋਈ ਜਦੋਂ ਅਸੀਂ ਟਨ ਬਣਾਉਣੇ ਸੀ ਜੀ। ਅਸਲ ਵਿੱਚ 10 ਜਦੋਂ ਕੁਆਂਟਲ ਹੁੰਦੇ ਨੇ ਤਾਂ ਉਹਦਾ 1 ਟਨ ਬਣ ਜਾਂਦਾ ਹੈ ਜੀ। ਕੱਲ੍ਹ ਅਸੀਂ ਕੀ ਕਹਿ ਬੈਠੇ ਕਿ 1 ਟਨ ਦੇ ਵਿੱਚ 100 ਕੁਆਂਟਲ ਹੁੰਦੇ ਨੇ, ਪਰ ਉਹ ਗਲਤ ਸੀ, ਸਾਡੇ ਤੋਂ ਗਲਤ ਬੋਲਿਆ ਗਿਆ। ਅਸਲ ਵਿੱਚ 10 ਜਦੋਂ ਕੁਆਂਟਲ ਹੁੰਦੇ ਨੇ ਤਾਂ ਉਹਨੂੰ ਅਸੀਂ 1 ਟਨ ਕਹਿੰਦੇ ਹਾਂ। ਇਹਦੇ ਲਈ ਅਸੀਂ ਆਪਣੇ ਉਸ ਸਰੋਤੇ ਦਾ, ਸਾਨੂੰ ਸੁਣਨ ਵਾਲਿਆਂ ਦਾ, ਚਾਹੇ ਕਿਸੇ ਨੇ ਵਿਚਾਰਿਆ ਹੋਊਗਾ, ਟੈਲੀਫੋਨ ਨਹੀਂ ਕੀਤੇ ਹੋਣਗੇ, ਉਹਨਾਂ ਤੋਂ ਵੀ ਅਸੀਂ ਮਾफ़ੀ ਮੰਗਦੇ ਹਾਂ ਕਿਉਂਕਿ ਚੇਤਿਆਂ 'ਚੋਂ ਵਿਸਰ ਗਿਆ, ਜ਼ੀਰੋ ਅੱਗੇ ਪਿੱਛੇ ਲੱਗ ਗਈ। ਅਸੀਂ ਅਕਸਰ ਆਪਣੇ ਪ੍ਰੋਗਰਾਮ ਵਿੱਚ ਕਹਿੰਦੇ ਹੁੰਦੇ ਹਾਂ ਜੇਕਰ ਕੋਈ ਨਾਮ, ਥਾਮ ਜਾਂ ਅੰਕੜੇ ਵਿੱਚ ਕਿਸੇ ਤਰੀਕੇ ਦੀ ਕੋਈ ਗਲਤੀ ਹੋ ਜੇ ਤਾਂ ਉਹਦੇ ਲਈ ਅਸੀਂ ਆਪਣੇ ਆਪ ਨੂੰ क्षमा ਦੇ ਜਾਚਕ ਮੰਨਦੇ ਹਾਂ ਕਿਉਂਕਿ ਅਸੀਂ ਬੋਲਣ ਵਾਲਿਆਂ ਵਿੱਚ ਹਾਂ, ਅਸੀਂ ਇਨਸਾਨਾਂ ਵਿੱਚ ਹਾਂ ਜੀ। ਅਸੀਂ ਧਰਤੀ 'ਤੇ ਖੜ੍ਹੇ ਹੋਏ ਹਾਂ, ਅਸੀਂ ਆਪਣੇ ਆਪ ਨੂੰ ਰੱਬ ਨਹੀਂ ਸਮਝਦੇ। ਅਸੀਂ ਬਹੁਤ ਸਤਿਕਾਰ ਕਰਦੇ ਹਾਂ। ਸਾਡੇ ਨਾਲ ਟੈਲੀਫੋਨ 'ਤੇ ਰਾਬਤਾ ਰੱਖੋ, ਸਾਡੀਆਂ ਗਲਤੀਆਂ ਸਾਨੂੰ ਦੱਸੋ, ਸਾਡਾ ਆਲੋਚਨਾ ਕਰੋ। ਅਸੀਂ ਝੋਲੀ ਵਿੱਚ ਆਲੋਚਨਾ ਪਾ ਕੇ ਵਿਕਾਸ ਕਰਾਂਗੇ। ਸਾਨੂੰ ਚੰਗਾ ਲੱਗਦਾ ਜਦੋਂ ਕਿ ਸਾਡੀ ਗਲਤੀ ਕੱਢਦਾ ਹੈ, ਗਲਤੀ ਕਹਿ ਲਓ ਜਾਂ ਕਹਿ ਲਓ ਕਿ ਕਿਤੇ ਬੋਲੇ ਹੋਏ ਅੰਕੜੇ ਨੂੰ ਦਰੁਸਤ ਕਰਦਾ ਹੈ, ਤਾਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਜਸਵਿੰਦਰ ਜੀ, ਬਹੁਤ ਵਾਰ ਅੰਕੜੇ ਅੱਗੇ ਪਿੱਛੇ ਹੋ ਜਾਂਦੇ ਨੇ, ਥੋੜ੍ਹੇ ਚੇਤਿਆਂ 'ਚੋਂ ਵਿਸਰ ਜਾਣ ਕਰਕੇ ਜਾਂ ਫਿਰ ਜ਼ੁਬਾਨ ਫਿਸਲਣ ਕਰਕੇ ਵੀ ਹੋ ਜਾਂਦਾ ਜੀ। ਉਹਦੇ ਲਈ ਮਾफ़ੀ ਮੰਗਦੇ ਹਾਂ ਜੀ ਦਰਸ਼ਕਾਂ ਤੋਂ। ਅਤੇ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਆਪਾਂ। ਸਕੂਲੀ ਸਿੱਖਿਆ ਅਚੀਵਮੈਂਟ ਸਰਵੇ ਆਇਆ ਜੀ, ਜਿਸ 'ਚ ਪੰਜਾਬ ਅੱਗੇ ਰਿਹਾ ਜੀ। ਪਹਿਲਾਂ ਇਸ ਸਰਵੇਖਣ ਬਾਰੇ ਜਾਣਕਾਰੀ ਜੀ, ਫਿਰ ਜਿਹੜੇ ਵਿਰੋਧੀਆਂ ਨੇ ਦਿੱਲੀ ਦੀ ਸਿੱਖਿਆ ਉੱਪਰ ਸਵਾਲ ਚੁੱਕੇ ਨੇ ਜੀ, ਸਿੱਖਿਆ ਪ੍ਰਣਾਲੀ ਉੱਪਰ, ਉਸ 'ਤੇ ਚਰਚਾ ਜੀ। ਪਿਛਲੇ ਸਾਲ ਨਵੰਬਰ ਦੇ ਵਿੱਚ ਇਹ ਸਰਵੇ ਕਰਾਇਆ ਗਿਆ ਜੀ। ਸਕੂਲੀ ਸਿੱਖਿਆ ਅਚੀਵਮੈਂਟ ਦਾ ਜਿਹੜਾ ਸਰਵੇ ਸੀ, ਨੈਸ਼ਨਲ ਪੱਧਰ ਦੇ ਉੱਤੇ ਸਾਰੇ ਸਕੂਲ ਇਹਦੇ ਵਿੱਚ ਕਵਰ ਕੀਤੇ ਜਾਂਦੇ ਨੇ ਜੀ। ਪੰਜਾਬ ਦੇ ਸਕੂਲ ਵੀ ਇਹਦੇ ਵਿੱਚ ਕਵਰ ਕੀਤੇ ਗਏ ਨਵੰਬਰ ਦੇ ਮਹੀਨੇ ਵਿੱਚ। ਉਹਦਾ ਹੁਣ ਮੁਲਾਂਕਣ ਨਿਕਲ ਕੇ ਆਇਆ ਹੈ, ਉਹਦੀ ਅਸੈਸਮੈਂਟ ਹੋ ਕੇ ਆਈ ਹੈ ਵੀ ਕੀ ਕੁਝ ਹੋਇਆ। ਮੈਂ ਕਹਿ ਦੇਵਾਂ ਕਿ ਇਹ ਜਿਹੜਾ ਸਰਵੇ ਕੀਤਾ ਜਾਂਦਾ ਇਹਦੇ ਵਿੱਚ 3ਜੀ ਕਲਾਸ, 5ਵੀਂ ਕਲਾਸ,
8ਵੀਂ ਕਲਾਸ ਤੇ 10ਵੀਂ ਕਲਾਸ ਦੇ ਵਿਸ਼ਿਆਂ ਨੂੰ ਵਿਦਿਆਰਥੀਆਂ ਨੂੰ ਜੋੜਿਆ ਜਾਂਦਾ ਹੈ। ਉਹਦੇ ਆਧਾਰ ਦੇ ਉੱਤੇ 15 ਜਿਹੜੇ ਪੁਆਇੰਟ ਬਣਾ ਲਏ ਜਾਂਦੇ ਆ, ਜਾਂ ਕਹਿ ਲਓ 15 ਨੁਕਤੇ ਬਣਾ ਲਏ ਜਾਂਦੇ ਆ ਜੀ। ਉਹਦੇ ਵਿੱਚ ਪੰਜਾਬ 10 ਨੁਕਤਿਆਂ ਦੇ ਵਿੱਚ ਅੱਗੇ ਰਿਹਾ। ਰਾਜਸਥਾਨ ਦੀ ਕਾਰਗੁਜ਼ਾਰੀ ਵੀ ਚੰਗੀ ਰਹੀ ਹੈ ਇਹਦੇ ਵਿੱਚ, ਖਾਸ ਕਰਕੇ ਕਰੋਨਾ ਪੀੜ ਦੇ ਵਿੱਚ ਰਾਜਸਥਾਨ ਦੀ ਤੇ ਪੰਜਾਬ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਅੱਗੜ ਪਿਛੜ ਰਹੀ ਹੈ। ਪੰਜਾਬ ਅੱਗੇ ਰਿਹਾ ਤੇ ਰਾਜਸਥਾਨ ਪਿੱਛੇ ਰਿਹਾ। ਬੜੀ ਕਲੀਅਰ ਜੀ ਗੱਲ ਹੈ ਕਿ ਜੇਕਰ ਤੁਸੀਂ 15 ਦੇ ਵਿੱਚੋਂ 10 ਦੇ ਵਿੱਚ ਅੱਗੇ ਰਹੋਗੇ ਤਾਂ ਤੁਸੀਂ ਕੌਮੀ ਪੱਧਰ ਉੱਤੇ ਅੱਗੇ ਹੀ ਰਹੋਗੇ। ਕਹਿ ਦਈਏ ਕਿ ਪੰਜਾਬ ਦੇ ਸਕੂਲ ਪਹਿਲੇ ਨੰਬਰ ਤੇ ਆਏ ਆ ਤਾਂ ਇਹ ਸ਼ਬਦ ਗਲਤ ਨਹੀਂ ਹੋਊਗਾ। ਪਰ ਜਸਵਿੰਦਰ ਜੀ, ਕਰੋਨਾ ਕਾਲ ਦੇ ਵਿੱਚ ਤਾਂ ਅਸੀਂ ਦੇਖਿਆ ਵੀ ਕਿਸ ਤਰ੍ਹਾਂ ਦੀ ਪੜ੍ਹਾਈ ਚੱਲੀ ਹੈ ਜਾਂ ਕਿਸ ਤਰ੍ਹਾਂ ਸਿਸਟਮ ਰਿਹਾ ਹੈਗਾ ਪੰਜਾਬ ਦੇ ਵਿੱਚ ਵੀ ਤੇ ਹੋਰ ਵੀ ਰਾਜਾਂ ਦੇ ਵਿੱਚ। ਹਾਂ ਬਿਲਕੁਲ ਜੀ, ਅਸੀਂ ਕਰੋਨਾ ਕਾਲ ਦੀ ਵੀ ਗੱਲ ਕਰਦੇ ਹਾਂ। ਮੈਂ ਪਹਿਲਾਂ ਦੱਸ ਦੇਵਾਂ ਕਿ 3656 ਸਕੂਲ ਪੰਜਾਬ ਦੇ ਲਏ ਗਏ ਇਹਦੇ ਵਿੱਚ। ਇਹ ਸਕੂਲ ਕੱਲੇ ਸਰਕਾਰੀ ਨਹੀਂ ਸੀ ਤੇ ਕੱਲੇ ਪ੍ਰਾਈਵੇਟ ਨਹੀਂ ਸੀ, ਪ੍ਰਾਈਵੇਟ ਤੇ ਸਰਕਾਰੀ ਮਿਲਾ ਕੇ ਲਏ ਗਏ। ਤੇ ਜੇਕਰ ਮੈਂ ਕਹਾਂ ਵਿਦਿਆਰਥੀ ਤਾਂ 1,17,000 ਵਿਦਿਆਰਥੀ ਇਹਦੇ ਵਿੱਚ ਸ਼ਾਮਲ ਹੋਇਆ। ਭਾਰਤ ਪੱਧਰ ਦੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਭਾਰਤ ਦੇ ਵਿੱਚ 1,18,000 ਸਕੂਲ ਸ਼ਾਮਲ ਕੀਤੇ ਗਏ। 34,01,000 ਵਿਦਿਆਰਥੀ ਸ਼ਾਮਲ ਕੀਤਾ ਗਿਆ। ਇਹਨਾਂ ਦਾ ਸਰਵੇ ਹੋਇਆ ਉਸ ਵਕਤ ਪੰਜਾਬ ਦੇ ਵਿੱਚ ਸਿੱਖਿਆ ਪ੍ਰਣਾਲੀ ਦੀ, ਸਕੂਲੀ ਸਿੱਖਿਆ ਦੀ ਜਿਹੜੀ ਵਾਂਗਡੋਰ ਸੀ ਉਹ ਕ੍ਰਿਸ਼ਨ ਕੁਮਾਰ ਕੋਲ ਸੀ ਜੀ। ਕ੍ਰਿਸ਼ਨ ਕੁਮਾਰ ਅੱਜ ਚਾਹੇ ਉਹਨਾਂ ਦਾ ਮਹਿਕਮਾ ਬਦਲ ਦਿੱਤਾ ਗਿਆ, ਬੜੇ ਸੱਚੇ ਸੁੱਚੇ ਅਫਸਰ ਨੇ ਤੇ ਉਹਨਾਂ ਨੇ ਟੀਚਰਾਂ ਨੂੰ ਵਧਾਈ ਦਿੱਤੀ ਹੈ ਇੱਕ ਲੈਟਰ ਦੇ ਰੂਪ ਵਿੱਚ। ਦੇਣੀ ਵੀ ਬਣਦੀ ਹੈ ਕਿਉਂਕਿ ਉਸ ਵਕਤ ਉਹਨਾਂ ਦੇ ਅਨੁਸਾਰ ਜਾਂ ਉਹਨਾਂ ਦੇ ਦੇਖ ਰੇਖ ਵਿੱਚ ਇਹ ਸਕੂਲੀ ਡਿਪਾਰਟਮੈਂਟ ਚੱਲਦਾ ਸੀ ਜੀ। ਇਸ ਵਧਾਈ ਤੋਂ ਬਾਅਦ ਕਾਫੀ ਸਵਾਲ ਉੱਠੇ ਨੇ। ਮੈਂ ਉਹਨਾਂ ਸਵਾਲਾਂ ਵੱਲ ਜਾਣ ਤੋਂ ਪਹਿਲਾਂ ਇੱਕ ਗੱਲ ਕਹਿ ਦੇਵਾਂ, ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਬੜਾ ਵਾਜਬ ਪੁੱਛਿਆ। ਕਰੋਨਾ ਕਾਲ ਵਿੱਚ ਕਿਹੋ ਜਿਹੀ ਪੜ੍ਹਾਈ ਹੋਈ ਹੈ, ਇਹ ਦੋ ਗੱਲਾਂ ਉੱਤੇ ਡਿਪੈਂਡ ਕੀਤੀ ਹੈ। ਇੱਕ ਇਹ ਕਿ ਵਿਦਿਆਰਥੀ ਦੀ ਉਮਰ ਕੀ ਸੀ ਜੀ। ਇੱਕ ਇਹ ਕਿ ਵਿਦਿਆਰਥੀ ਦੇ ਮਾਪਿਆਂ ਦੀ ਵਿਦਿਆਰਥੀ ਤੇ ਨਿਗਾਹ ਕੀ ਸੀ। ਮੈਂ ਹੁਣ ਟੀਚਰ ਦੀ ਨਿਗਾਹ ਨਹੀਂ ਕਹੂੰਗਾ ਕਿਉਂਕਿ ਟੀਚਰ ਨੇ ਆਨਲਾਈਨ ਕਲਾਸ ਦੇਣੀ ਹੈ। ਕਈ ਮੇਰੇ ਵਰਗੇ ਹੈੱਡਫੋਨ ਲਾ ਕੇ ਰੱਖ ਦਿੰਦੇ ਸੀ ਤੇ ਕਿਤਾਬ ਦੇ ਕੋਲੇ ਲਿੰਕ ਆਨ ਕਰਕੇ ਸੌਂ ਜਾਂਦੇ ਸੀ। ਐਂ ਲੱਗਦਾ ਸੀ ਟੀਚਰ ਨੂੰ ਵੀ 100% ਹਾਜ਼ਰੀ ਹੈ। ਇੱਕ ਇਹ ਵੀ ਹੋਇਆ। ਇਹਦੇ ਤੇ ਨਿਗਾਹ ਮਾਪਿਆਂ ਦੀ ਬਣਦੀ ਸੀ ਕਿ ਬੱਚਾ ਪੜ੍ਹ ਰਿਹਾ ਹੈ, ਉਹਨੂੰ ਸਪੈਸ਼ਲ ਕਮਰਾ, ਸਪੈਸ਼ਲ ਥਾਂ ਦਿੱਤੀ ਗਈ ਹੈ। ਸਰੋਤ ਕਹਿ ਲੈਂਦੇ, ਸਰੋਤ ਕਹਿ ਲਈਏ। ਟੀਚਰ ਨੇ ਸਹੀ ਪੜ੍ਹਾਇਆ ਜਾਂ ਨਹੀਂ ਪੜ੍ਹਾਇਆ ਉਹ ਵੀ ਬੱਚਾ ਸੁਣੂਗਾ ਜਾਂ ਬੱਚੇ ਦੀ ਆਊਟਪੁੱਟ ਚੋਂ ਦਿਖੂਗਾ। ਫਿਰ ਗੱਲ ਪੇਪਰਾਂ ਦੀ ਆ ਗਈ। ਪੇਪਰ ਆਨਲਾਈਨ ਹੋਏ। ਮੈਂ ਕਿਸੇ ਤੇ ਦੋਸ਼ ਨਹੀਂ ਲਾਉਂਦਾ ਜੀ, ਪਰ ਕੋਈ ਟਾਵਾਂ ਹੀ ਸਕੂਲ ਹੋਊਗਾ ਜਿਹਨੇ ਆਨਲਾਈਨ ਸਿੱਖਿਆ ਦੇ ਵਿੱਚ ਵਿਦਿਆਰਥੀਆਂ ਨੂੰ ਸੂਈ ਦੇ ਨੱਕੇ ਵਿੱਚ ਦੀ ਕੱਢਿਆ ਹੋਊਗਾ ਜੀ। ਨਹੀਂ, ਜੋ ਕੁਝ ਹੋਇਆ ਮੈਂ ਉਹ ਸ਼ਬਦ ਨਹੀਂ ਵਰਤਣੇ ਚਾਹੁੰਦਾ, ਉਹ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਜੀ। ਕਰੋਨਾ ਕਾਲ ਨੂੰ ਜੇਕਰ ਅਸੀਂ ਕੱਟ ਕੇ ਚੱਲੀਏ ਤਾਂ ਪੰਜਾਬ ਨੇ ਇਸ ਤੋਂ ਬਿਨਾਂ ਵੀ ਚੰਗੀ ਕਾਰਗੁਜ਼ਾਰੀ ਨਿਭਾਈ ਸੀ ਜੀ। ਕੈਪਟਨ ਸਾਹਿਬ ਨੇ ਵੀ ਵਧਾਈ ਦਿੱਤੀ ਹੈ ਤੇ ਨਾਲ ਦੀ ਨਾਲ ਇੱਕ ਸਵਾਲ ਹੋਰ ਖੜਾ ਕਰ ਦਿੱਤਾ ਵਿਰੋਧੀਆਂ ਨੇ। ਕਹਿੰਦੇ ਤੁਸੀਂ ਤਾਂ ਕਹਿੰਦੇ ਸੀ ਕਿ ਦਿੱਲੀ ਸਕੂਲ ਮਾਡਲ ਬਾਹਲਾ ਚੰਗਾ ਹੈ ਜੀ। ਬਿਲਕੁਲ। ਤੇ ਇੱਥੇ ਤਾਂ ਹੁਣ ਫਸਟ ਆ ਜਿਹੜਾ ਪਹਿਲੇ ਨੰਬਰ ਤੇ ਜਿਹੜਾ ਪੰਜਾਬ ਆ ਗਿਆ। ਹੁਣ ਤੁਸੀਂ ਕੀ ਜਵਾਬ ਦਿੰਦੇ ਹੋ ਇਹਦੇ ਉੱਤੇ? ਜੀ। ਇਹ ਸਵਾਲ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੁੱਛਿਆ ਤੇ ਪੁੱਛਣਾ ਬਣਦਾ ਵੀ ਹੈ ਜੀ। ਇਹ ਸਵਾਲ ਸੁਖਪਾਲ ਸਿੰਘ ਖਹਿਰੇ ਨੇ ਵੀ ਪੁੱਛਿਆ। ਇਹ ਸਵਾਲ ਕੈਪਟਨ ਮਨਿੰਦਰ ਨੇ ਵੀ ਪੁੱਛਿਆ। ਇਹ ਸਵਾਲ ਹਰ ਇੱਕ ਵਿਰੋਧੀ ਨੇ ਜਾਂ ਜਾਗਦੇ ਇਨਸਾਨ ਨੇ ਪੁੱਛਿਆ ਤੇ ਪੁੱਛਣਾ ਬਣਦਾ ਸੀ। ਜੇਕਰ ਦਿੱਲੀ ਦਾ ਸਿੱਖਿਆ ਮਾਡਲ ਬਹੁਤ ਚੰਗਾ ਸੀ ਜੀ ਤਾਂ ਫਿਰ ਉਹਦਾ ਤਾਂ ਫਸਟ ਜਾਂ ਸੈਕੰਡ ਆਉਣਾ ਬਣਦਾ ਸੀ। ਬਿਲਕੁਲ ਜੀ, ਜਾਂ ਫਸਟ ਜਾਂ ਸੈਕੰਡ ਆਉਣਾ ਬਣਦਾ ਸੀ ਜਾਂ ਫਿਰ ਸਰਵੇਖਣ ਦੇ ਵਿੱਚ ਕਮੀਆਂ ਹੋ ਸਕਦੀਆਂ। ਬਿਲਕੁਲ, ਮੈਂ ਇੱਥੇ ਆਉਣਾ ਵੀ ਜਾਂ ਫਿਰ ਤੁਸੀਂ ਸਵਾਲ ਖੜਾ ਕਰੋ ਸਰਵੇਖਣ ਤੇ। ਜੀ। ਜੇ ਸਰਵੇਖਣ ਤੇ ਸਵਾਲ ਖੜਾ ਕਰਦੇ ਹੋ ਤਾਂ ਗੱਲ ਫਿਰ ਸਰਕਾਰ ਤੇ ਆ ਕੇ ਨਿਬੜ ਜੂਗੀ ਜੀ। ਕਿ ਕੌਮੀ ਪੱਧਰ ਉੱਤੇ ਸਰਵੇਖਣ ਕਰਾਇਆ ਗਿਆ ਹੈ ਤਾਂ ਪੰਜਾਬ ਨੂੰ ਫਸਟ ਜਾਂ ਸੈਕੰਡ ਕੱਢਣ ਦੇ ਵਿੱਚ ਕੀ ਲਾਹਾ ਹੋ ਸਕਦਾ ਹੈ। ਬਿਲਕੁਲ ਜੀ। ਇੱਥੇ ਤਾਂ ਕੋਈ ਭਾਜਪਾ ਦੀ ਸਰਕਾਰ ਵੀ ਹੈ ਨਹੀਂ, ਇੱਥੇ ਤਾਂ ਸਰਕਾਰ ਵੀ ਕਾਂਗਰਸ ਦੀ ਸੀ ਉਸ ਵਕਤ। ਕਿਸ ਤਰੀਕੇ ਦਾ ਇਹ ਮਾਪਦੰਡ ਲਾਇਆ ਗਿਆ ਹੋਊਗਾ? ਜਾਂ ਫਿਰ ਐਂ ਕਹਿ ਲਓ ਕਿ ਜਿਹੜੇ ਪੁਆਇੰਟ ਬਣਾਏ ਗਏ ਆ ਉਹਨਾਂ ਪੁਆਇੰਟਾਂ ਦੇ ਵਿੱਚ ਪੰਜਾਬ ਬਹੁਤ ਵਧੀਆ ਪਰਫਾਰਮ ਕਰ ਗਿਆ ਜੀ। ਤੇ ਹੋ ਸਕਦਾ ਜਿਹੜੇ 5 ਪੁਆਇੰਟਾਂ ਵਿੱਚ ਪੰਜਾਬ ਦੀ ਪਰਫਾਰਮੈਂਸ ਚੰਗੀ ਨਾ ਰਹੀ ਹੋਵੇ, ਤੁਸੀਂ ਉਸ ਨੂੰ ਅੱਗੇ ਰੱਖ ਕੇ ਆਪਣੇ ਮਾਡਲ ਨੂੰ ਉੱਤੇ ਰੱਖਦੇ ਹੋਵੋ। ਜੀ। ਖੈਰ, ਇਹਦੇ ਉੱਤੇ ਵਿਸਥਾਰ ਦੇ ਨਾਲ ਵੀ ਗੱਲ ਕਰਾਂਗੇ। ਅੱਜ ਅਸੀਂ ਖਬਰ ਦੇ ਰੂਪ ਵਿੱਚ ਸਾਂਝ ਪਾਈ ਹੈ, ਇੱਕ ਰਿਪੋਰਟ ਦੇ ਰੂਪ ਵਿੱਚ ਵੀ ਸਾਂਝ ਪਾਵਾਂਗੇ ਕਿ ਕਿਹੜੇ 15 ਪੁਆਇੰਟ ਬਣਾਏ ਤੇ ਕਿਹੜੇ 5 ਪੁਆਇੰਟ ਆ ਜੀ ਤੋਂ ਅਸੀਂ ਉੱਕ ਗਏ ਜਾਂ ਜੀ ਤੋਂ ਅਸੀਂ ਪਿੱਛੇ ਰਹਿ ਗਏ। ਜੀ। ਜਸਵਿੰਦਰ ਜੀ, ਇੱਕ ਵਿਧਾਇਕ, ਇੱਕ ਪੈਨਸ਼ਨ ਵਾਲਾ ਜਿਹੜਾ ਕੰਮ ਸੀਗਾ ਜੀ ਸਿਰੇ ਨਹੀਂ ਲੱਗਿਆ, ਉਹਨੂੰ ਰਾਜਪਾਲ ਵਿਧਾਇਕ ਦੀ ਮਿਹਰਬਾਨੀ ਸਦਕਾ ਕਹਿ ਲਓ
ਤੇ ਵਿਧਾਇਕ ਹੁਣ 2 ਮਹੀਨੇ ਹੋਰ ਇਸ ਦਾ ਫਾਇਦਾ ਲੈ ਸਕਦੇ ਜੀ ਪੈਨਸ਼ਨਾਂ ਦਾ। ਬਿਲਕੁਲ। ਮੈਂ ਇਸ ਖਬਰ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਗੱਲ ਕਹਿ ਦੇਵਾਂ। ਜੀ। ਕੁਝ ਸੋਚਦੇ ਨੇ, ਕੁਝ ਵਿਰੋਧੀ ਸੋਚਦੇ ਨੇ, ਕੁਝ ਵਿਰੋਧੀ ਹੋਣ ਕਰਕੇ ਸੋਚਦੇ ਨੇ। ਜੀ। ਉਹ ਕਹਿੰਦੇ ਨੇ ਕਿ ਜਿਸ ਤਰੀਕੇ ਨਾਲ 111 ਦਿਨਾਂ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ 36000 ਪੋਸਟ ਕੱਢੀ ਕਢਾਈ ਰਹਿ ਗਈ ਸੀ ਤੇ ਉਹਦੇ ਉੱਤੇ ਰਾਜਪਾਲ ਬਨਾਰਸੀ ਲਾਲ ਪੁਰੋਹਿਤ ਨੇ ਸਾਈਨ ਨਹੀਂ ਕੀਤੇ ਸੀ। ਜੀ। ਬਿਲਕੁਲ ਉਸੇ ਤਰੀਕੇ ਦੇ ਨਾਲ ਭਗਵੰਤ ਮਾਨ ਨਾਲ ਹੋਇਆ, ਪਰ ਉਹ ਸਿਰਫ ਸੋਚਦੇ ਹੀ ਨੇ, ਇਸ ਤਰੀਕੇ ਦੇ ਨਾਲ ਨਹੀਂ ਹੋਇਆ ਇਹ। ਕਿਉਂਕਿ ਸਾਈਨ ਨਾ ਕਰਨਾ ਤੇ ਜਾਂ ਕਹਿ ਦਈਏ ਕਿ ਕਦੇ ਕੀਤੇ ਨਹੀਂ ਜਾਣੇ, ਇਹਨਾਂ ਦੋਨਾਂ ਗੱਲਾਂ 'ਚ ਫਰਕ ਹੈ। ਜੀ। 2 ਮਈ ਨੂੰ ਇਹ ਆਰਡੀਨੈਂਸ ਜਿਹੜਾ ਜਾਰੀ ਹੁੰਦਾ, ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ। ਜੀ। ਮੋਹਰ ਲੱਗਣ ਦੇ ਲਈ, ਸਾਈਨ ਹੋਣ ਦੇ ਲਈ ਇਹ ਰਾਜਪਾਲ ਦੇ ਟੇਬਲ ਤੇ ਜਾਂਦਾ ਹੈ। ਰਾਜਪਾਲ ਸਾਹਿਬ ਇਸ ਨੂੰ ਸਰਕਾਰ ਕੋਲੇ ਵਾਪਸ ਮੋੜ ਦਿੰਦੇ ਨੇ। ਕਿਉਂ? ਕਹਿੰਦੇ ਕਿ ਬਜਟ ਇਜਲਾਸ ਜਿਹੜਾ ਜੂਨ ਦੇ ਵਿੱਚ ਆ ਰਿਹਾ ਹੈ, ਜੀ, ਤੁਸੀਂ ਇਸ ਨੂੰ ਬਿੱਲ ਦੇ ਰੂਪ ਵਿੱਚ ਹੀ ਲੈ ਕੇ ਆਓ, ਆਰਡੀਨੈਂਸ ਦੇ ਰੂਪ 'ਚ ਨਾ ਲੈ ਕੇ ਆਓ। 2 ਮਹੀਨੇ ਰੁਕੋ, ਇਸ ਨੂੰ ਤੁਸੀਂ ਵਿਧਾਨ ਸਭਾ ਵਿੱਚ ਬਿੱਲ ਦੇ ਰੂਪ ਵਿੱਚ ਪਾਸ ਕਰਕੇ ਲਿਆਓ ਤੇ ਉਸ ਤੋਂ ਬਾਅਦ ਇਹਦੇ ਉੱਤੇ ਆਪਾਂ ਅਪਰੂਵਲ ਜਾਂ ਕਹਿ ਦਿਓ ਸਾਈਨ ਹੋ ਜਾਣਗੇ। ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਇਹਦੇ ਵਿੱਚ ਇੱਕ ਫਾਇਦਾ ਹੋਇਆ ਹੈ ਉਹਨਾਂ ਵਿਧਾਇਕਾਂ ਨੂੰ ਜਿਹੜੇ 2 ਮਹੀਨੇ ਹੋਰ ਜਿਹੜੀਆਂ ਵੱਧ ਪੈਨਸ਼ਨਾਂ ਲੈ ਜਾਣਗੇ। ਜਿਹੜੇ ਇੱਕ ਵਾਰੀ ਜਿੱਤੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ, ਜਿਹੜੇ 3-3 4-4 ਲੈਂਦੇ ਨੇ, 5-5 ਲੈਂਦੇ ਨੇ, ਬੀਬੀ ਭੱਠਲ, ਭੂੰਦੜ ਸਾਹਿਬ, ਢੀਂਡਸਾ ਸਾਹਿਬ, ਚਾਹੇ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਆਪਣੀ ਪੈਨਸ਼ਨ ਛੱਡ ਦਿੱਤੀ ਆ, ਪਰ ਹੋਰ ਵੀ ਕਾਫੀ ਨਾਮੀ ਲੋਕ ਨੇ ਜਿਹੜੇ ਬਹੁਤੀਆਂ ਪੈਨਸ਼ਨਾਂ ਲੈ ਰਹੇ ਨੇ। ਕੈਪਟਨ ਅਮਰਿੰਦਰ ਵੀ ਉਹਨਾਂ ਵਿੱਚੋਂ ਇੱਕ ਨੇ, ਪਰਮਿੰਦਰ ਢੀਂਡਸਾ ਵੀ ਉਹਦੇ ਵਿੱਚੋਂ ਇੱਕ ਨੇ, ਮਨਪ੍ਰੀਤ ਸਿੰਘ ਬਾਦਲ ਵੀ ਉਹਦੇ ਵਿੱਚੋਂ ਇੱਕ ਨੇ। ਤਾਂ ਇਹਨਾਂ ਸਾਰਿਆਂ ਨੂੰ ਇੱਕ ਵਾਰੀ 2 ਮਹੀਨਿਆਂ ਦਾ ਜਿਹੜਾ ਫਾਇਦਾ ਹੈ ਉਹ ਜ਼ਰੂਰ ਹੋ ਗਿਆ। ਜੀ। ਮੈਂ ਦੱਸ ਦੇਵਾਂ ਕਿ ਇਹ 17ਵੀਂ ਵਿਧਾਨ ਸਭਾ ਤੇ ਇਸ ਤੋਂ ਪਹਿਲਾਂ 245 ਦੀ ਗਿਣਤੀ ਸੀ ਜਿਹੜੇ ਪੈਨਸ਼ਨ ਲੈਣ ਵਾਲੇ ਵਿਧਾਇਕ ਸੀ, ਜਿਹਨੂੰ ਸਾਬਕਾ ਸ਼ਬਦ ਨਾਲ ਅਸੀਂ ਕਹਿੰਦੇ ਸੀ। ਪਰ ਹੁਣ ਇਹਦੇ ਵਿੱਚ ਬਹੁਤ ਵੱਡੇ ਦਿੱਗਜ ਲੋਕ ਹਰੇ ਤੇ 80 ਦੀ ਗਿਣਤੀ ਹੋਰ ਆ ਗਈ। ਇਹ 325 ਜਾਣਾ ਹੋ ਗਿਆ। ਜੀ। ਲਗਭਗ ਕਹਿੰਦੇ 19 ਕਰੋੜ ਰੁਪਏ ਦਾ ਸਾਲਾਨਾ ਜਿਹੜਾ ਬੋਝ ਆ ਉਹ ਖਜ਼ਾਨੇ ਦੇ ਉੱਤੇ ਇਹਨਾਂ ਦੇ ਨਾਲ ਪੈਂਦਾ ਹੈ। ਜੀ। ਜਾਂ ਅਸੀਂ ਕਹਿ ਦਈਏ ਕਿ ਸਹੀ ਅੰਕੜਾ ਬੋਲਣਾ ਹੋਵੇ ਤਾਂ 19 ਕਰੋੜ ਤੇ 53 ਲੱਖ ਕਹਿ ਦਿਓ। ਪਰ ਇਹ ਸਾਲਾਨਾ ਜਿਹੜਾ ਇੱਕ ਬੋਝ ਪੈਂਦਾ ਹੈ। ਹੁਣ ਜੇ ਅਸੀਂ ਇਹਨੂੰ 2 ਮਹੀਨਿਆਂ ਤੇ ਵੰਡ ਲਈਏ ਤਾਂ ਮੇਰੇ ਖਿਆਲ ਨਾਲ ਕਰੋੜਾਂ ਰੁਪਈਆ ਤਾਂ ਸਰਕਾਰ ਦਾ ਫਿਰ ਵੀ ਜਾ ਹੀ ਰਿਹਾ ਹੈ। ਜੀ। ਖੈਰ, ਦੇਰ ਆਵਾਂਗੇ, ਹੋਰ ਵੀ ਦਰੁਸਤ ਆਵਾਂਗੇ, ਬਿੱਲ ਦੇ ਰੂਪ ਵਿੱਚ ਆ ਜਾਵਾਂਗੇ, ਇੱਕ ਪੱਕੀ ਮੋਹਰ ਲੱਗ ਕੇ ਆ ਜਾਵਾਂਗੇ। ਤਾਂ ਇਹਦੇ ਨਾਲ ਪੰਜਾਬ ਨੂੰ ਹਲੇ 2 ਮਹੀਨੇ ਹੋਰ ਇਹਨਾਂ ਵਿਚਾਰਿਆਂ ਨੂੰ ਜੀ 2 ਮਹੀਨੇ ਹੋਰ ਇਹਨਾਂ ਵਿਚਾਰਿਆਂ ਨੂੰ ਪੈਨਸ਼ਨ ਦੇਣੀ ਪੈਣੀ ਹੈ। ਜਿਸ ਤਰੀਕੇ ਨਾਲ ਲੁਧਿਆਣੇ ਦੇ ਗਿੱਲ ਤੋਂ ਕੁਲਦੀਪ ਸਿੰਘ ਵੈਦ ਨੇ ਕਿਹਾ ਸੀ ਵੀ ਮੇਰਾ ਤਾਂ ਸਰਦਾ ਨਹੀਂ, ਮੇਰੀ ਪੈਨਸ਼ਨ ਨਾ ਕੱਟਿਓ, ਸਾਡੇ ਖਰਚੇ ਹੀ ਬਹੁਤ ਹੁੰਦੇ ਨੇ। ਚਲੋ ਖੈਰ, ਉਸ ਤਰੀਕੇ ਦੇ ਜਿਹੜੇ ਨੇ ਉਹਨਾਂ ਨੂੰ 2 ਮਹੀਨੇ ਹੋਰ ਸੌਖਾ ਹੋ ਜਾਊਗਾ। ਉਸ ਤੋਂ ਬਾਅਦ ਤਾਂ ਚਲੋ ਔਖਾ ਸੌਖਾ ਜਿਵੇਂ ਸਾਰਨਾ ਕਿਸੇ ਨੇ ਸਾਰਨਾ ਹੀ ਹੈ, ਪਰ ਇੱਕ ਵਾਰੀ 2 ਮਹੀਨੇ ਦੀ ਜਿਹੜੀ ਛੂਟ ਮਿਲ ਗਈ ਹੈ। ਜੂਨ ਦਾ ਜਿਹੜਾ ਬਜਟ ਇਜਲਾਸ ਆਊਗਾ ਉਹਦੇ ਵਿੱਚ ਇਹ ਬਿੱਲ ਆ ਜਾਊਗਾ ਤੇ ਉਸ ਤੋਂ ਬਾਅਦ ਇਹ ਹੋਣਾ ਹੀ ਹੋਣਾ ਹੈ। ਜੀ ਜਸਵਿੰਦਰ ਜੀ, ਮੁਲਾਜ਼ਮ 6-6 ਮਹੀਨੇ ਆਪਣੀਆਂ ਤਨਖਾਹਾਂ ਤੋਂ ਬਿਨਾਂ ਸਾਰ ਸਕਦੇ ਆ, ਪਰ ਵਿਧਾਇਕ ਨਹੀਂ ਸਾਰ ਸਕਦੇ। ਜ਼ਰੂਰੀ ਹੈ ਜੀ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨ ਦੀ ਹਮਾਇਤ ਕੀਤੀ ਹੈ ਜੀ, ਤੇ ਨਾਲ ਹੀ ਬੰਦੀ ਛੋੜ ਕਮੇਟੀ ਦੇ ਪੱਖ ਰੱਖੇ ਨੇ ਜੀ। ਅਸਲ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਕੱਲ੍ਹ ਇੱਕ NRI ਵੀਰ ਸਰਬਜੀਤ ਸਿੰਘ ਸੈਂਟਰਾਮੈਂਟ, ਜੇਕਰ ਮੈਂ ਨਾਮ ਨਾ ਗਲਤ ਲਿਆ ਹੋਵੇ, ਕਿਉਂਕਿ ਜਦੋਂ ਅਸੀਂ NRI ਵੀਰਾਂ ਦੇ ਨਾਮ ਲੈਂਦੇ ਹਾਂ ਤੇ ਪਿੱਛੇ ਉਹਨਾਂ ਦੇ ਤਖੱਲਸ ਬੋਲਦੇ ਆ ਤਾਂ ਸਾਡੇ ਤੋਂ ਗਲਤੀ ਹੋ ਜਾਂਦੀ ਹੈ ਉਹਨਾਂ ਨੂੰ ਕਹਿਣ ਦੇ ਵਿੱਚ। ਪਰ ਉਹਨਾਂ ਨੇ ਸਵਾਲ ਖੜੇ ਕੀਤੇ ਸੀ ਕੱਲ੍ਹ। ਉਹ ਪੁੱਛੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਉਹ ਆਪ ਸਰਕਾਰੀ ਸਿਕਿਉਰਿਟੀ ਕਿਉਂ ਰੱਖਦੇ ਨੇ, ਆਪ ਜਿਪਸੀਆਂ ਕਿਉਂ ਰੱਖਦੇ ਨੇ, ਸਾਰੇ ਸਤਿਕਾਰਤ ਤਖਤਾਂ ਦੇ ਜਥੇਦਾਰਾਂ ਨੇ ਸਿਕਿਉਰਿਟੀ ਗਨਮੈਨ ਕਿਉਂ ਰੱਖੇ ਨੇ, ਉਹਨਾਂ ਕੋਲੇ ਆਪਦੇ ਕੋਲੇ ਲਾਇਸੈਂਸੀ ਹਥਿਆਰ ਕਿੰਨੇ ਕੁ ਹੈ। ਇਹ ਸਾਰੇ ਸਵਾਲ ਕੀਤੇ ਸੀ। ਮੇਰੇ ਖਿਆਲ ਦੇ ਨਾਲ ਇਹ ਬਿਆਨ ਇੱਕ ਵਿਉਂਤ ਦੇ ਵਿੱਚ ਹੀ ਆਇਆ ਹੈ, ਸਿੱਧਾ ਜਵਾਬ ਨਹੀਂ ਆਇਆ, ਇੱਕ ਵਿਉਂਤ ਦੇ ਵਿੱਚ ਆਇਆ ਹੈ। ਹੋ ਸਕਦਾ ਕਿ ਮੇਰਾ ਅੰਦਾਜ਼ਾ ਜਿਹੜਾ ਸਿਆਸੀ ਅੰਦਾਜ਼ਾ ਹੈ ਉਹ ਠੀਕ ਨਾ ਬੈਠਦਾ ਹੋਵੇ, ਪਰ ਕੱਲ੍ਹ ਸਵਾਲ ਹੋਏ ਤਾਂ ਅੱਜ ਇਹ ਬਿਆਨ ਆਇਆ ਤਾਂ ਵਾਕਈ ਸੋਚਣ ਵਾਲੀ ਗੱਲ ਹੈ। ਇੱਕ ਦਿਨ ਬਾਅਦ ਵਿੱਚ ਇਹਦਾ ਉੱਤਰ ਆ ਰਿਹਾ ਹੈ। ਅਸਲ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗਏ ਸੀ ਪਟਿਆਲੇ ਦੇ ਵਿੱਚ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਵਿੱਚ ਸੋਲਰ ਪਲਾਂਟ 14 ਲੱਖ ਦੀ ਲਾਗਤ ਦੇ ਨਾਲ ਲੱਗਿਆ ਜੀ, ਉਹਦਾ ਉਦਘਾਟਨ ਕਰਨ।
ਮੈਂ ਇਹਦੀ ਖਬਰ ਵਿੱਚ ਹੋਰ ਅੱਗੇ ਜਾਣ ਤੋਂ ਪਹਿਲਾਂ ਇੱਕ ਗੱਲ ਕਹਿ ਦੇਵਾਂ। ਉਹਨਾਂ ਨੇ ਇੱਕ ਗੱਲ ਬੜੀ ਸੋਹਣੀ ਕਹੀ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ, ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸੋਲਰ ਪਲਾਂਟ ਦੀ ਗੱਲ ਬਿਜਲੀ ਬੋਰਡ ਨਾਲ ਚੱਲ ਰਹੀ ਆ, ਅਸੀਂ ਉੱਥੇ ਵੀ ਸੋਲਰ ਪਲਾਂਟ ਲਾ ਦੇਣਾ। ਇੱਕ ਬਹੁਤ ਚੰਗੀ ਜਿਹੜੀ ਸ਼ੁਰੂਆਤ ਹੈ ਹੈਗੀ ਹੈ। ਉਸ ਤੋਂ ਅੱਗੇ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜਾ ਬਿਆਨ ਦਿੱਤਾ ਹੈ, ਮੈਂ ਉਹਦੇ ਨਾਲ ਸਹਿਮਤ ਹਾਂ। ਇਸ ਸਮੇਂ ਦੀ ਲੋੜ ਹੈ, ਲਾਇਸੈਂਸੀ ਹਥਿਆਰ ਹਰੇਕ ਸਿੰਘ ਨੂੰ ਰੱਖਣੇ ਚਾਹੀਦੇ ਨੇ। ਇਹਦੇ 'ਚ ਕੋਈ ਗੈਰ ਕਾਨੂੰਨੀ ਗੱਲ ਉਹਨਾਂ ਨੇ ਨਹੀਂ ਆਖੀ, ਕੋਈ ਇਸ ਤਰੀਕੇ ਦੀ ਭੜਕਾਊ ਗੱਲ ਉਹਨਾਂ ਨੇ ਨਹੀਂ ਆਖੀ। ਉਹਨਾਂ ਦੀ ਸਾਰੀ ਗੱਲ ਦਾ ਜਿਹੜਾ ਸਾਰ ਤੱਤ ਹੈ ਉਹ ਇਹ ਨਿਕਲਦਾ ਸੀ ਜੀ। ਪਰ ਨਾਲ ਉਹਨਾਂ ਨੇ ਇੱਕ ਬੰਦੀ ਛੋੜ ਬਾਰੇ ਵੀ ਆਪਣਾ ਬਿਆਨ ਜਿਹੜਾ ਤੁਸੀਂ ਮੈਨੂੰ ਪੁੱਛਿਆ ਉਹ ਦਿੱਤਾ ਹੈ। ਉਹਦੇ ਵਿੱਚ ਉਹ ਕੀ ਕਹਿੰਦੇ ਨੇ, ਉਹ ਕਹਿੰਦੇ ਵੀ ਸਾਡੀ ਜਿਹੜੀ ਕਮੇਟੀ ਹੈ 11 ਮੈਂਬਰੀ ਉਹ ਬਣ ਗਈ ਹੈ, ਜਿਹਦੇ ਵਿੱਚ ਚਾਹੇ ਰੌਲਾ ਤਾਂ ਚੱਲ ਰਿਹਾ। ਖੈਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਹਰਿਆਣਾ ਦੇ ਜਿਹੜੇ ਜਥੇਦਾਰ ਨੇ ਬਲਜੀਤ ਸਿੰਘ ਦਾਦੂਵਾਲ, ਉਹਨਾਂ ਨੇ ਚਿੱਠੀ ਲਿਖ ਕੇ ਕਿਹਾ ਸੀ ਕਿ ਇਹਦੇ ਵਿੱਚੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰ ਦਿਓ। ਇਹ ਉਹ ਸਿਆਸੀ ਪਾਰਟੀ ਹੈ ਜਿਹੜੀ 2015 ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਇਹਨਾਂ ਦਾ ਨਾਂ ਬੋਲਦਾ ਹੈ। ਇਹ ਉਹ ਸਿਆਸੀ ਪਾਰਟੀ ਹੈ ਜਿਹੜੀ ਡੇਰਾ ਸਾਧ ਨੂੰ ਮਾਫੀ ਦੇਣ ਦੇ ਵਿੱਚ ਇਹਨਾਂ ਦਾ ਨਾਮ ਬੋਲਦਾ ਹੈ। ਇਹ ਬਲਜੀਤ ਸਿੰਘ ਦਾਦੂਵਾਲ ਨੇ ਚਿੱਠੀ ਦੇ ਵਿੱਚ SGPC ਨੂੰ ਕਿਹਾ ਸੀ। ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਧੜਾ, ਉਹਨਾਂ ਨੇ ਵੀ ਕੁਝ ਸਵਾਲ ਖੜੇ ਕੀਤੇ ਸੀ ਜੀ। ਪਰ ਕਮੇਟੀ ਬਣੀ ਹੋਈ ਹੈ, ਉਹਨਾਂ ਨੇ ਕਹਿ ਦਿੱਤਾ ਕਿ ਸਾਡੀ ਕਮੇਟੀ ਦਵਿੰਦਰਪਾਲ ਭੁੱਲਰ ਦੀ ਰਿਹਾਈ ਲਈ ਵੀ ਮਿਲੂਗੀ। ਦਿੱਲੀ ਦੇ ਮੁੱਖ ਮੰਤਰੀ ਨੂੰ, ਕਰਨਾਟਕਾ ਦੇ ਮੁੱਖ ਮੰਤਰੀ ਨੂੰ ਕੁਝ ਕੇਸਾਂ ਦੇ ਸੰਬੰਧ ਵਿੱਚ ਮਿਲਾਂਗੇ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਾਂਗੇ ਤੇ ਬਹੁਤ ਜਲਦੀ ਇਹ ਮਸਲੇ ਵੀ ਅਸੀਂ ਹੱਲ ਕਰਾਂਗੇ। ਇੱਥੇ ਜੀ ਇੱਕ ਸਵਾਲ ਮੈਂ ਦਰਸ਼ਕਾਂ ਦੇ ਲਈ ਛੱਡ ਦੇਣਾ ਚਾਹੁੰਦਾ। ਜਿਵੇਂ ਦੀਆਂ ਘਟਨਾਵਾਂ ਅਸੀਂ ਅਮਰੀਕਾ ਦੇ ਵਿੱਚ ਵੇਖੀਆਂ, ਬਫਲੋ ਦੀ ਘਟਨਾ ਲਾ ਲਓ ਪਹਿਲਾਂ, ਜਾਂ ਫਿਰ ਹੁਣ ਜੇਕਰ ਮੈਂ ਸਹੀ ਹੋਵਾਂ ਤਾਂ ਟੈਕਸਸ ਦੇ ਵਿੱਚ ਜੋ ਘਟਨਾ ਹੋਈ ਹੈਗੀ, ਦੋਨਾਂ ਘਟਨਾਵਾਂ ਦੇ ਵਿੱਚ ਘੱਟ ਉਮਰ ਦੇ ਹਮਲਾਵਰ ਔਰ ਲਾਇਸੈਂਸੀ ਹਥਿਆਰ ਉਹਨਾਂ ਕੋਲ। ਸਾਨੂੰ ਵਿਚਾਰ ਲੈਣਾ ਚਾਹੀਦਾ ਜੀ ਕੀ ਅਸੀਂ ਇਹੋ ਜਿਹੇ ਹਾਲਾਤ ਇੱਥੇ ਸਾਡੇ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ। ਜਸਵਿੰਦਰ ਜੀ, ਅਦਾਲਤੀ ਪ੍ਰਕਿਰਿਆਵਾਂ ਕਾਫੀ ਲੰਮਾ ਸਮਾਂ ਲੈ ਜਾਂਦੀਆਂ ਜੀ, ਤੇ ਸ਼ਾਇਦ ਇਸੇ ਕਰਕੇ ਲੋਕ ਇਨਸਾਫ ਮੰਗਣ ਤੋਂ ਡਰਦੇ ਆ। ਹੁਣ ਹਰਿਆਣਾ ਦੇ ਇੱਕ ਐਡਵੋਕੇਟ ਨੇ ਵੀ ਇਹੀ ਗੱਲ ਕਹੀ ਹੈ ਜੀ, ਜੇਕਰ ਹਰਿਆਣਾ ਦੇ ਸਾਰੇ ਕੇਸ ਨਿਬੇੜਨੇ ਹੋਣ ਤਾਂ 100 ਸਾਲ ਲੱਗ ਜਾਣਗੇ ਜੀ। ਬਿਲਕੁਲ ਜੀ। ਜੇਕਰ ਅਸੀਂ ਗੱਲ ਕਰੀਏ ਸੁਪਰੀਮ ਕੋਰਟ ਸਮੇਤ ਜਿੰਨੀਆਂ ਵੀ ਅਦਾਲਤਾਂ ਨੇ ਜੀ, ਉਹਦੇ ਵਿੱਚ ਬਹੁਤ ਸਾਰੇ ਪੈਂਡਿੰਗ ਕੇਸ ਪਏ ਨੇ, ਬਕਾਇਆ ਕੇਸ ਪਏ ਨੇ। ਸਰਜੀਤ ਪਾਤਰ ਇੱਕ ਗਜ਼ਲ ਵਿੱਚ ਲਿਖਦਾ ਨੇ, ਇਹ ਜੋ ਖੜੇ ਨੇ ਅਦਾਲਤਾਂ ਦੇ ਵਿੱਚ ਨਿਆਂ ਦੇ ਲਈ, ਉਹ ਖੜੇ ਖੜੇ ਰੁੱਖ ਹੋ ਜਾਣਗੇ। ਹਾਲਾਂਕਿ ਮੈਂ ਉਹਨਾਂ ਦੀਆਂ ਲਾਈਨਾਂ ਹੂ ਨਹੀਂ ਬੋਲੀਆਂ, ਮੈਂ ਉਹਨਾਂ ਦਾ ਐਂ ਕਹਿ ਲਓ ਕਿ ਸਾਰ ਤੱਤ ਬੋਲ ਦਿੱਤਾ ਹੈ। ਉਹ ਕਹਿੰਦੇ ਵੀ ਜਿਹੜੇ ਅਦਾਲਤਾਂ ਦੇ ਵਿੱਚ ਖੜੇ ਨੇ ਨਿਆਂ ਦੇ ਲਈ, ਉਹ ਰੁੱਖ ਹੋ ਜਾਣਗੇ। ਰੁੱਖ ਤੋਂ ਭਾਵ ਜੜ ਹੋ ਜਾਣਗੇ, ਉਹ ਸਥਿਰ ਹੋ ਜਾਣਗੇ। ਕਹਿਣ ਦਾ ਭਾਵ ਕਿ ਤੁਸੀਂ 30 35 ਸਾਲ ਅਦਾਲਤਾਂ ਵਿੱਚ ਹੀ ਖੜੇ ਰਹਿੰਦੇ ਹੋ ਆਪਣੇ ਕੇਸ ਦੀ ਸੁਣਵਾਈ ਉੱਤੇ ਫੈਸਲਾ ਲੈਣ ਲਈ। ਇਹਦੇ ਉੱਤੇ ਹਰਿਆਣੇ ਦੇ ਵਕੀਲਾਂ ਨੇ ਇੱਕ ਸਾਂਝੇ ਤੌਰ ਦੇ ਉੱਤੇ ਕਿਹਾ ਹੈ, ਤੇ ਜਿਹਦੇ ਵਿੱਚ ਪੈਰਵਾਈ ਕੀਤੀ ਰਣਧੀਰ ਸਿੰਘ ਭਦਰੇਨ ਨੇ ਜੀ। ਉਹਨਾਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਹਰਿਆਣੇ ਨੇ ਵੱਖਰੀ ਹਾਈ ਕੋਰਟ ਨਾ ਮਿਲੀ ਜਾਂ ਨਾ ਬਣਾਈ ਗਈ ਤਾਂ ਹਰਿਆਣੇ ਦੇ ਕੇਸ ਤਾਂ ਹੱਲ ਨਹੀਂ ਹੋ ਸਕਦੇ। ਉਹਨਾਂ ਨੇ ਡਾਟੇ ਦੇ ਨਾਲ ਗੱਲ ਕੀਤੀ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ 2022 ਤੱਕ ਲੰਮਤ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ 8% ਵਧੀ ਹੈ, ਘਟੀ ਨਹੀਂ ਜੀ। ਨਾਲ ਉਹ ਹਰਿਆਣੇ ਬਾਰੇ ਕਹਿੰਦੇ ਨੇ ਕਿ ਹਰਿਆਣੇ ਦੇ ਜਿਹੜੇ ਕੇਸ ਹੁਣ ਪੈਂਡਿੰਗ ਪਏ ਨੇ ਉਹ 5,90,343 ਪਏ ਨੇ ਜੀ। ਉਹ ਕਹਿੰਦੇ ਜੇਕਰ ਇਹਨਾਂ ਕੇਸਾਂ ਨੂੰ ਇਸੇ ਹੀ ਪੈਨਲ ਦੇ ਨਾਲ, ਇਹਨਾਂ ਹੀ ਜੱਜਾਂ ਦੇ ਨਾਲ ਵਿਚਾਰਨਾ ਹੋਵੇ ਤਾਂ 100 ਸਾਲ ਇਨਸਾਫ ਨਹੀਂ ਮਿਲ ਸਕਦਾ। ਉਹ ਕਹਿੰਦੇ ਕਿ ਜੇਕਰ ਤੁਸੀਂ ਇਹਨਾਂ ਕੇਸਾਂ ਦੇ ਇਨਸਾਫ ਦੇਣੇ ਨੇ ਤਾਂ ਤੁਹਾਨੂੰ ਘੱਟੋ ਘੱਟ ਹੁਣ ਦੀ ਜੱਜਾਂ ਦੀ ਗਿਣਤੀ ਨਾਲੋਂ ਦੁੱਗਣੀ ਗਿਣਤੀ ਚਾਹੀਦੀ ਹੈ ਜੀ। ਦੁੱਗਣੀ ਗਿਣਤੀ ਲਈ ਫਿਰ ਤੁਹਾਨੂੰ ਆਪਣੀ ਵੱਖਰੀ ਅਦਾਲਤ ਚਾਹੀਦੀ ਹੈ। ਤੇ ਮੇਰੇ ਖਿਆਲ ਨਾਲ ਉਹਨਾਂ ਦੀ ਮੰਗ ਕੋਈ ਗਲਤ ਨਹੀਂ, ਜਾਇਜ਼ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵੀ ਸਾਂਝਾ ਕੀਤਾ, ਅਦਾਲਤ ਵੀ ਸਾਂਝੀ ਕੀਤੀ ਜੀ। ਦੋ ਸੂਬੇ, ਦੋਨਾਂ ਦਾ ਵੱਖਰੀਆਂ ਰਾਜਧਾਨੀਆਂ ਵੀ ਹੋਣੀਆਂ ਚਾਹੀਦੀਆਂ। ਮੈਂ ਨਹੀਂ ਕਹਿੰਦਾ ਕਿਹਨੂੰ ਕੀ ਮਿਲੇ ਕਿਹਨੂੰ ਕੀ ਮਿਲੇ, ਮੈਂ ਕਹਿੰਦਾ ਵੱਖਰੀਆਂ ਹੋਣੀਆਂ ਚਾਹੀਦੀਆਂ। ਲੋਕਾਂ ਦੀ ਸਹੂਲਤ ਵਧੂਗੀ। ਅਦਾਲਤ ਵੀ ਬਿਲਕੁਲ ਵੱਖਰੀ ਹੋਣੀ ਚਾਹੀਦੀ ਹੈ। ਤੁਸੀਂ ਦੇਖੋ ਜ਼ਿਲ੍ਹੇ ਦੀ ਅਦਾਲਤ ਦੇ ਵਿੱਚ ਤੁਹਾਨੂੰ ਤਰੀਕ ਕਿੰਨੀ ਲੰਮੀ ਮਿਲਦੀ ਹੈ, ਸਟੇਟ ਦੀ ਅਦਾਲਤ ਵਿੱਚ ਕਿੰਨੀ ਲੰਮੀ ਮਿਲੂਗੀ, ਪਰ ਦੋ ਸਟੇਟਾਂ ਦੀ ਅਦਾਲਤ ਵਿੱਚ ਤਾਂ ਕਿੰਨੀ ਲੰਮੀ ਮਿਲੂਗੀ। ਬਿਲਕੁਲ ਇਹ ਸੋਚਣ ਵਾਲੀ ਗੱਲ ਹੈ। ਤੇ ਉਹਨਾਂ ਨੇ ਕਿਹਾ ਵੀ ਜੇਕਰ ਜੱਜਾਂ ਦੀ ਅਸੈਂਬਲੀ ਬਣਾ ਕੇ ਇਹਦੇ ਉੱਤੇ ਨਾ ਕੰਮ ਕੀਤਾ ਗਿਆ ਤਾਂ ਅਸੀਂ ਸੰਘਰਸ਼ ਤੇਜ਼ ਕਰਾਂਗੇ। ਬੜੀ ਜਾਇਜ਼ ਉਹਨਾਂ ਨੇ ਜਿਹੜੀ ਮੰਗ ਹੈ ਉਹ ਚੱਕੀ ਹੈ।
ਤੇ ਦੇਖਦੇ ਹਾਂ ਕਿ ਹਰਿਆਣਾ ਵੱਖਰੀ ਅਸੈਂਬਲੀ ਬਣਾਉਂਦਾ ਹੈ ਜਾਂ ਫਿਰ ਲੋਕ 100 ਸਾਲ ਇੰਤਜ਼ਾਰ ਕਰਨਗੇ ਹਾਈ ਕੋਰਟ ਦੇ ਫੈਸਲਿਆਂ ਦਾ। ਜਸਵਿੰਦਰ ਜੀ, ਇੱਕ ਸੁਪਰੀਮ ਕੋਰਟ ਵੱਲੋਂ ਹੋਰ ਫੈਸਲਾ ਆਇਆ ਜੀ ਸੈਕਸ ਵਰਕਰਸ ਨੂੰ ਲੈ ਕੇ। ਮਾਣਯੋਗ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਤਾ, 3 ਜੱਜਾਂ ਨੇ ਦੇ ਬੈਂਚ ਨੇ। ਇੱਕ ਗੱਲ ਮੈਨੂੰ ਫੈਸਲੇ ਦੇ ਵਿੱਚ ਜਿਹੜੀ ਉਹਨੇ ਸਪੈਸ਼ਲ ਕਹੀ ਉਹ ਮੈਨੂੰ ਚੰਗੀ ਲੱਗੀ। ਦੇ ਕੋਈ ਆਪਣੀ ਖੁਸ਼ੀ ਲਈ ਨਹੀਂ ਵੇਚਦਾ। ਜਦੋਂ ਉਹਦੇ ਕੋਲੇ ਸਾਧਨ ਨਹੀਂ ਹੁੰਦੇ, ਜਦੋਂ ਉਹਦੇ ਕੋਲੇ ਪੈਸਾ ਕਮਾਉਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ, ਪੈਸਾ ਕਮਾਉਣਾ ਤੇ ਪੈਸਾ ਢਿੱਡ ਭਰਨ ਦੇ ਲਈ ਕਮਾਉਣ ਦਾ ਪ੍ਰਬੰਧ ਨਹੀਂ ਹੁੰਦਾ ਜੀ, ਤਾਂ ਫਿਰ ਉਹ ਆਪਣੀ ਦੇਹ ਨੂੰ ਪਾਲ ਕੇ ਆਪਣਾ ਢਿੱਡ ਵੀ ਪਾਲਦਾ ਹੈ, ਆਪਣੀ ਦੇਹ ਨੂੰ ਵੇਚ ਕੇ ਉਹ ਆਪਣੇ ਬੱਚਿਆਂ ਦਾ ਢਿੱਡ ਵੀ ਪਾਲਦਾ ਹੈ ਜੀ। ਇਹਦੇ ਉੱਤੇ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕੋਈ ਸੈਕਸ ਵਰਕਰ ਬਣਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਉਹਦੀ ਇੱਕ ਕਿੱਡੀ ਵੱਡੀ ਮਜਬੂਰੀ ਹੋਊਗੀ, ਉਹ ਪੀੜਤ ਹੈ ਜੀ। ਉੱਪਰ ਉਹਦੇ ਉੱਤੇ ਤੁਸੀਂ ਕੇਸ ਪਾ ਦਿੰਦੇ ਹੋ, FIR ਕਰ ਦਿੰਦੇ ਆ, ਮੀਡੀਆ ਉਸ ਦੇ ਉੱਤੇ ਟਿੱਪਣੀਆਂ ਕਰਦਾ ਹੈ। ਪੀੜਤ ਨੂੰ ਹੋਰ ਪਚੀੜਨਾ ਇਹ ਇਨਸਾਫ ਨਹੀਂ। ਪੀੜਤ ਨੂੰ ਸਨਮਾਨ ਦੇ ਨਾਲ ਵੇਖਣਾ ਇਹ ਇਨਸਾਫ ਹੈ। ਧਾਰਾ 21 ਸਾਡੇ ਸੰਵਿਧਾਨ ਦੀ ਕਹਿੰਦੀ ਹੈ ਕਿ ਸਨਮਾਨਜਨਕ ਜਿਹੜੀ ਜ਼ਿੰਦਗੀ ਹਰ ਇੱਕ ਦੀ ਹੁੰਦੀ ਹੈ ਜੀ। ਤਾਂ ਮਾਣਯੋਗ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਸੈਕਸ ਇੱਕ ਪੇਸ਼ਾ ਹੈ, ਸੈਕਸ ਵਰਕਰ ਹੋਣਾ ਇੱਕ ਪੇਸ਼ਾ ਹੈ, ਇਹ ਕੋਈ ਗੁਨਾਹ ਨਹੀਂ। ਤੇ ਸਪੈਸ਼ਲ ਸੂਬਿਆਂ ਦੀਆਂ ਪੁਲਿਸ ਤੇ ਪੱਤਰਕਾਰ ਵੀਰ ਉਹਨਾਂ ਲਈ ਕਿਹਾ ਕਿ ਇਹਨਾਂ ਦੀ ਉੱਤੇ FIR ਨਾ ਹੋਵੇ ਤੇ ਮੀਡੀਆ ਇਹਨਾਂ ਦੀ ਖਿੱਲੀ ਨਾ ਉਡਾਵੇ ਜੀ। ਅੱਗੇ ਉਹਨਾਂ ਨੇ ਕਿਹਾ ਹੈ ਇਸ ਕੇਸ ਵਿੱਚ ਜੀ, ਜੇਕਰ ਕੋਈ ਸੈਕਸ ਵਰਕਰ ਜਿਹਦੇ ਨਾਲ ਅਪਮਾਨਜਨਕ ਸਬੰਧ ਬਣਾਏ ਜਾਂਦੇ ਨੇ, ਅਪਮਾਨਜਨਕ ਤਰੀਕੇ ਨਾਲ ਵੇਖਿਆ ਜਾਂਦਾ ਹੈ, ਤਾਂ ਉਹਨਾਂ ਦਾ ਨਾਂ ਨਾ ਨਸ਼ਰ ਕੀਤਾ ਜਾਵੇ ਜੀ, ਉਹਨਾਂ ਦੀ ਤਸਵੀਰ ਨਾ ਨਸ਼ਰ ਕੀਤੀ ਜਾਵੇ ਜੀ, ਤੇ ਉਹਨਾਂ ਦੀ ਗੱਲ ਸੁਣੀ ਜਾਵੇ। ਅਗਲੀ ਗੱਲ ਉਹਨਾਂ ਨੇ ਕਹੀ ਹੈ ਕਿ ਜੇਕਰ ਸੈਕਸ ਵਰਕਰ ਦੇ ਨਾਲ ਬੱਚੇ ਨੇ ਤਾਂ ਪਹਿਲੀ ਨਜ਼ਰ ਹੀ ਉਹਨਾਂ ਨੂੰ ਇਹ ਨਾ ਸਮਝ ਲਵੋ ਕਿ ਇਹ ਵੀ ਇਸ ਪੇਸ਼ੇ ਦੇ ਵਿੱਚ ਸ਼ਾਮਲ ਨੇ, ਉਹ ਉਹਨਾਂ ਦੇ ਬੱਚੇ ਵੀ ਹੋ ਸਕਦੇ ਨੇ ਜੀ। ਤਾਂ ਹੁਣ ਪੁਲਿਸ ਕਿਸੇ ਵੀ ਸੈਕਸ ਵਰਕਰ ਦੇ ਉੱਤੇ FIR ਦਰਜ ਨਹੀਂ ਕਰ ਸਕੂਗੀ ਜੀ। ਪਰ ਇੱਕ ਗੱਲ ਬੜੀ ਸਪਸ਼ਟ ਹੈ, ਇਹਦਾ ਮਤਲਬ ਇਹ ਨਹੀਂ ਕਿ ਹੁਣ ਭਾਰਤ ਦੇ ਵਿੱਚ ਇਹ ਗਲੀ ਗਲੀ ਦਾ ਕੰਮ ਹੋ ਜਾਊਗਾ। ਜੇ ਅਸੀਂ ਕਹਿੰਦੇ ਆ ਜੀਓ ਤੇ ਜੀਣ ਦਿਓ, ਤਾਂ ਇਹ ਜੀਣ ਦਿਓ ਦੇ ਵਿੱਚ ਵੀ ਆਊਗਾ। ਸਪੈਸ਼ਲ ਕਿਹਾ ਕਿ ਇਹਦੇ ਨਾਲ ਜਾਂ ਕਿਸੇ ਦੇ ਨਾਲ ਵੀ, ਕਿਸੇ ਦੇ ਖੇਤਰ ਦੇ ਨਾਲ, ਖਿੱਤੇ ਦੇ ਨਾਲ ਕਿਸੇ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਇਸ ਗੱਲ ਦਾ ਵਿਸ਼ੇਸ਼ ਜਿਹੜਾ ਖਿਆਲ ਹੈ ਉਹ ਰੱਖਣ ਦੇ ਲਈ ਵੀ ਕਿਹਾ ਗਿਆ ਹੈ। ਮੇਰੇ ਖਿਆਲ ਦੇ ਨਾਲ ਇੱਕ ਇਹ ਉਹ ਵਰਗ ਸੀ ਜਿਹਨੂੰ ਦੇਖਣ ਦੇ ਲਈ, ਜਿਹਦੇ ਉੱਤੇ ਸੰਵਿਧਾਨ ਵੀ ਵੇਖਣ ਦੇ ਲਈ, ਜਿਹਨੂੰ ਸੰਵਿਧਾਨਕ ਲੋਕ ਵੀ ਵੇਖਣ ਦੇ ਲਈ ਇੱਕ ਤਿੱਖੀ ਜਿਹੀ ਨਿਗਾਹ ਨਾਲ ਵੇਖਦੇ ਸੀ। ਹੁਣ ਕਿਤੇ ਨਾ ਕਿਤੇ ਇਸ ਚੀਜ਼ ਉੱਤੇ ਰੋਕ ਲੱਗੂਗੀ ਜੀ। ਜਸਵਿੰਦਰ ਜੀ, ਸਮਾਂ ਹੋ ਗਿਆ ਜੀ ਜਾਣ ਦਾ, ਤੁਸੀਂ ਖਬਰਾਂ ਦੇ ਉੱਪਰ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜਾਣ ਤੋਂ ਪਹਿਲਾਂ ਜੀ ਬਹੁਤ ਵਾਰ ਕਈ ਵਿਸ਼ੇ ਜਿਹੜੇ ਨੇ ਸੈਂਸਿਟਿਵ ਹੁੰਦੇ ਨੇ ਤੇ ਉਹਨਾਂ ਉੱਪਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਲੱਗਣਾ ਇੱਕ ਸੰਭਾਵਿਤ ਜੀ ਗੱਲ ਹੋ ਜਾਂਦੀ ਆ। ਉਸ ਦੇ ਲਈ ਖਿਮਾ ਦੇ ਜਾਚਕਾਂ ਜੀ। ਕੱਲ ਫਿਰ ਹਾਜ਼ਰ ਹੋਵਾਂਗੇ ਜੀ ਇਸੇ ਹੀ ਸਮੇਂ ਪ੍ਰੋਗਰਾਮ ਲੈ ਕੇ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਧੰਨਵਾਦ ਜੀ।